सत श्री अकाल, स्वागत है गौरव शुक्ला। मैं हाँ तुहाडे नाल इस खास पेशकश दे विच गल अज खेती कानूनां दी। लोक सभा ते राज सभा दे विच खेती कानून वापस ले ले गए ने। हुण एक मोहर बाकी है, मोहर राष्ट्रपति दी फाइनल मोहर, ते उस तो बाद खेती कानून वापसी दी संविधानिक प्रक्रिया पूरी हो जाएगी। लोक सभा राज सभा दा पार्लीमेंट दा इजलास शुरू होया ते पहले ही दिन कुछ घंटियां दे विच बिल लिआंदा गया ते उसनूं पास भी कर दिता गया। यानी हुण सरकार ने एक तरीके नाल गेंद किसान जथेबंदियां दे पाले दे विच सुट दित्ती है कि हुण ਉਹ ਰਿਪੀਲ ਹੋਣ ਤੋਂ ਬਾਅਦ, ਕਾਨੂੰਨਾਂ ਦੇ ਰਿਪੀਲ ਹੋਣ ਤੋਂ ਬਾਅਦ ਅਗਲਾ ਕਦਮ ਕੀ ਚੁੱਕਣਗੇ ਤੇ ਅੰਦੋਲਨ ਵਾਪਸੀ ਦਾ ਐਲਾਨ ਕੀਤਾ ਜਾਂਦਾ ਹੈ ਜਾਂ ਨਹੀਂ। खेती कानूनों ਨੂੰ ਰੱਦ ਕਰਨ ਦੇ ਲਈ ਫਾਰਮ ਲਾਅ ਰਿਪੀਲ ਬਿੱਲ 2021 ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਦੋਵੇਂ ਸਦਨਾਂ ਦੇ ਵਿੱਚ ਬਿਨਾਂ ਚਰਚਾ ਤੋਂ ਬਿੱਲ ਪਾਸ ਹੋਏ ਨੇ, ਜਿਸ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਵੀ ਚੁੱਕੇ। ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਨੇ, ਪਰ ਅਜੇ ਤੱਕ ਦਿੱਲੀ ਦੀਆਂ ਬਰੂਹਾਂ ਖਾਲੀ ਕਰਨ ਬਾਰੇ ਕੋਈ ਫੈਸਲਾ ਨਹੀਂ ਹੋਇਆ। ਕਿਸਾਨਾਂ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠਿਆਂ ਨੂੰ, ਪਰ ਅਜੇ ਵੀ ਘਰ ਵਾਪਸੀ ਦਾ ਇੰਤਜ਼ਾਰ ਹੈ। 29 ਨਵੰਬਰ ਦਾ ਇਤਿਹਾਸਕ ਦਿਨ। 1 ਸਾਲ ਪਹਿਲਾਂ ਇਸੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋਏ 3 ਖੇਤੀ ਕਾਨੂੰਨ, ਜਿਨ੍ਹਾਂ ਦਾ ਵਿਰੋਧ ਕਿਸਾਨ ਕਰ ਰਹੇ ਸਨ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਫਾਰਮ ਲਾਅ ਰਿਪੀਲ ਬਿੱਲ 2021 ਲਿਆਂਦਾ ਗਿਆ ਤੇ ਬਿਨਾਂ ਚਰਚਾ ਤੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ। ਹੁਣ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਤਿੰਨੇ ਕਾਨੂੰਨ ਰੱਦ ਹੋ जाएंगे। अध्यक्ष महोदय, मैं प्रस्ताव करता हूँ विधेयक पारित किया जाए। प्रश्न है कि विधेयक को पारित किया जाए। जो सदस्य इसके पक्ष में हाँ गए, जो सदस्य विरोध में ना गए, मेरे विचार में निर्णय हाँ वालों के पक्ष हुआ। प्रस्ताव स्वीकृत हुआ, विधेयक पारित हुआ। सभापति महोदय, मैं प्रस्ताव करता हूं कि लोकसभा द्वारा यथा पारित विधेयक पर विचार किया जाए। फॉर्म लॉ रिपील बिल 2021 पास बाय लोकसभा टेकन टू कंसिडरेशन। those in favor please say aye. Those against please say no. I think the ayes have it. The motion is adopted. 6 रिपील ਬਿਨਾਂ ਚਰਚਾ ਦੇ ਦੋਵਾਂ ਸਦਨਾਂ ਦੇ ਵਿੱਚ ਬਿੱਲ ਪਾਸ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਨੇ। ਕਾਂਗਰਸ ਨੇ ਬਿੱਲ ਤੇ ਚਰਚਾ ਨਾ ਕਰਵਾਉਣ ਦਾ ਵਿਰੋਧ ਕੀਤਾ ਹੈ, ਜਿਸ ਤੇ ਖੇਤੀ ਮੰਤਰੀ ਤੋਮਰ ਨੇ ਜਵਾਬ ਦਿੱਤਾ है। ये बाई इलेक्शन में ऐसा परिणाम है तो फिर 5 स्टेट में इसका परिणाम क्या होगा? 700 लोग बॉर्डर पे मर चुके हैं। कि रिपील करने के लिए हम यहाँ आए हुए हैं। सत्ता पक्ष भी तैयार है और अपोजिशन भी मांग करता रहा है, इसलिए इस पर कोई भी विषय आगे बढ़ाने की जरूरत नहीं है, चर्चा की जरूरत नहीं है। ਕਾਨੂੰਨ ਵਾਪਸੀ ਲਈ ਬਿੱਲ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਸੀ। मैं आपको, पूरे देश को ये बताने आया हूं कि हमने 3 कृषि कानूनों को वापस लेने का, रिपील करने का निर्णय लिया है। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ 26 ਨਵੰਬਰ 2020 ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਉਹਨਾਂ ਦੀ ਮੰਗ ਸੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ MSP ਤੇ ਕਾਨੂੰਨ ਬਣਾਇਆ ਜਾਵੇ। ਖੇਤੀ ਕਾਨੂੰਨ ਰੱਦ ਹੋ ਚੁੱਕੇ ਨੇ, ਹੁਣ ਵੇਖਣਾ ਹੋਵੇਗਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਕਦੋਂ ਖਾਲੀ ਕਰਦੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਇਸ ਨੂੰ ਵੱਡੀ ਜਿੱਤ ਕਰਾਰ ਦਿੰਦਿਆਂ ਹੁਣ ਘਰ ਵਾਪਸੀ ਦੇ ਸੰਕੇਤ ਜ਼ਰੂਰ ਦਿੱਤੇ ਨੇ, ਪਰ ਅਖੀਰਲਾ ਫੈਸਲਾ 1 ਦਸੰਬਰ ਨੂੰ ਹੋਣ ਵਾਲੀ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਲਿਆ ਜਾਵੇਗਾ। ਉਧਰ MSP ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। अध्यक्ष महोदय, मैं प्रस्ताव करता हूँ विधेयक पारित किया जाए। प्रस्ताव स्वीकृत हुआ, विधेयक पारित हुआ। 3 ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਕਿਸਾਨਾਂ ਨੂੰ ਹਰਮੀਤ ਸਿੰਘ ਕਾਦੀਆਂ ਨੇ ਘਰ ਵਾਪਸੀ ਦੇ ਵੱਡੇ ਸੰਕੇਤ ਦਿੱਤੇ ਨੇ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਡੀ ਜਿੱਤ ਤਕਰੀਬਨ ਹੋ ਗਈ ਹੈ, ਹੁਣ ਕੋਈ ਘਰ ਨਾ ਜਾਣ ਦਾ ਬਹਾਨਾ ਨਹੀਂ ਬਚਿਆ। ਸਿਰਫ ਸੰਯੁਕਤ ਕਿਸਾਨ ਮੋਰਚੇ ਦੀ ਇਸ ਤੇ ਮੋਹਰ ਲੱਗਣੀ ਬਾਕੀ ਹੈ, ਜਿਸ ਦੇ ਲਈ 1 ਦਸੰਬਰ ਨੂੰ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ। ਬਿਲਕੁਲ ਜਿੱਤ ਆਪਣੇ ਤਕਰੀਬਨ ਆਪਾਂ ਹਾਸਲ ਕਰ ਚੁੱਕੇ ਹਾਂ। ਹੁਣ ਤਾਂ ਅੱਜ ਕੋਈ ਬਹਾਨਾ ਨਹੀਂ ਰਿਹਾ ਤੇ ਪਾਰਲੀਮੈਂਟ 'ਚ ਵੀ ਪੇਸ਼ ਹੋ ਗਿਆ। 1 ਤਰੀਕ ਨੂੰ ਵੇਟ ਐਂਡ ਵਾਚ ਦੀ ਕੰਡੀਸ਼ਨ ਹੈ, ਤਾਂ 1 ਤਰੀਕ ਨੂੰ ਕੋਈ ਮਹੱਤਵਪੂਰਨ ਫੈਸਲਾ ਹੋ ਸਕਦਾ।
ਉਧਰ ਪੰਜਾਬ ਦੇ ਇੱਕ ਹੋਰ ਕਿਸਾਨ ਆਗੂ ਦਰਸ਼ਨਪਾਲ ਦਾ ਦਾਅਵਾ ਹੈ ਕਿ ਸਿਰਫ ਕੁਝ ਹੀ ਜਥੇਬੰਦੀਆਂ ਖੇਤੀ ਕਾਨੂੰਨ ਵਾਪਸ ਲੈਣ ਨੂੰ ਲੈ ਕੇ 100% ਜਿੱਤ ਦੱਸ ਰਹੀਆਂ ਨੇ, ਜਦਕਿ ਐਮਐਸਪੀ ਤੇ ਕਾਨੂੰਨ ਬਣਾਉਣ ਸਮੇਤ ਅਜਿਹੇ ਕਈ ਮੁੱਦੇ ਨੇ ਜਿਸ ਤੇ ਕੇਂਦਰ ਸਰਕਾਰ ਦੇ ਰੁਖ ਦਾ ਇੰਤਜ਼ਾਰ ਹੈ। ਰਾਕੇਸ਼ ਟਕੈਤ ਵੀ ਐਮਐਸਪੀ ਨੂੰ ਵੱਡਾ ਮੁੱਦਾ ਦੱਸਦੇ ਹੋਏ ਕੇਂਦਰ ਤੇ ਸਖਤ ਨਜ਼ਰ ਆ ਰਹੇ ਨੇ। कुछ लोगों को लगता है कि हमारी 100% जीत हो गई है, लेकिन सच बात यह है कि डे 1 से हमने एमएसपी, पावर बिल, एयर क्वालिटी बिल जो था उसको भी रखा था, और मोर्चे के दौरान कुछ इश्यूज आए ये भी अभी इमर्ज हुए। ये सारी जगह पारित होगा, ये खत्म होगा, लेकिन दूसरे मामलों पर हम बातचीत करके सरकार से उससे बगैर हम यहाँ से नहीं जाएंगे। उधर केंद्रीय खेतीबाड़ी मंत्री नरेंद्र सिंह तोमर ने दावा किया है कि उन्हां दी सरकार ने कणक ਅਤੇ ਝੋਨੇ ਤੋਂ ਇਲਾਵਾ ਦਾਲਾਂ, ਕਪਾਹ ਸਮੇਤ ਹੋਰ ਫਸਲਾਂ ਤੇ ਐਮਐਸਪੀ ਤੈਅ ਕੀਤਾ ਹੈ। ਪਰ ਜਦੋਂ ਉਹਨਾਂ ਨੂੰ ਕਿਸਾਨਾਂ ਦੀ ਐਮਐਸਪੀ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹ ਬਿਨਾਂ ਜਵਾਬ ਦੇ ਚਲੇ ਗਏ। पहले गेहूं और धान 2 ही जिन्स एमएसपी पर खरीदी जाती थी। मोदी जी के नेतृत्व में दलहन, तिलहन और कपास की खरीद भी प्रारंभ हुई। एमएसपी गारंटी को लेकर विपक्ष कह रहा है कि क्या हो सकता है। 3 ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕੀ ਕਿਸਾਨ ਘਰ ਵਾਪਸੀ ਕਰਨਗੇ, ਇਸ ਤੇ ਸਸਪੈਂਸ ਅਜੇ ਵੀ ਬਰਕਰਾਰ ਹੈ। ਹਰਮੀਤ ਸਿੰਘ ਕਾਦੀਆਂ ਘਰ ਵਾਪਸੀ ਦੇ ਸੰਕੇਤ ਦੇ ਰਹੇ ਨੇ, ਜਦਕਿ ਦਰਸ਼ਨਪਾਲ ਅਤੇ ਰਾਕੇਸ਼ ਟਕੈਤ ਦਾ ਐਮਐਸਪੀ ਤੇ ਹੁਣ ਵੀ ਸਟੈਂਡ ਸਖਤ ਨਜ਼ਰ ਆ ਰਿਹਾ ਹੈ। ਉਧਰ ਜਿਸ ਤਰ੍ਹਾਂ ਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਐਮਐਸਪੀ ਦੇ ਸਵਾਲ ਤੇ ਚੁੱਪੀ ਧਾਰ ਲਈ ਸੀ, ਉਸ ਤੋਂ ਸਾਫ਼ ਸੰਕੇਤ ਮਿਲ ਰਹੇ ਨੇ ਕਿ ਕਿਸਾਨਾਂ ਦੀ ਐਮਐਸਪੀ ਦੀ ਮੰਗ ਸਰਕਾਰ ਦੇ ਲਈ ਮੰਨਣਾ ਸੌਖਾ ਨਹੀਂ ਹੋਵੇਗਾ। ਦਿੱਲੀ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। सवाल चुके ने, उन्होंने इल्जाम लगाया कि सरकार बहस तो भज्जी है। मगर जिस प्रकार से ये कानून रद्द किए गए, ये दिखाता है कि सरकार डिस्कशन से डरती है। उधर पंजाब कांग्रेस के एमपी अमर सिंह ने भी इल्जाम लाया कि सरकार ने बिना बहस के खेती कानून रिपील करवा के लोकतंत्र का कतल किया, जबकि बीजेपी के सीनियर आगू तरन चुग ने खेती कानूनों की वापसी मौके सुखबीर बादल और हरसिमरत कौर बादल की पार्लीमेंट के गैर हाजिरी ਨੂੰ ਲੈ ਕੇ सवाल चुके ने। सिर्फ इन्ना ही नहीं, चुग ने कांग्रेस ਨੂੰ भी घेरा कि मैं कानून बनाए सी, मेरी मर्जी है, जिस दिन मैं वापस लेने चाहना ले देंगा तो लेते है। ਉਹ ਅਸੀਂ ਕਹਿ ਰਹੇ ਹਾਂ ਕਿ ਡੈਮੋਕ੍ਰੇਸੀ 'ਚ ਇਹ ਮੈਂ ਔਰ ਇੱਕ ਤਰਫਾ ਕੰਮ ਨਾ ਕਰੋ, ਦੂਸਰਿਆਂ ਦੀ ਵੀ ਸੁਣੋ, ਕਿਸਾਨ ਜਥੇਬੰਦੀਆਂ ਦੀ ਵੀ ਸੁਣੋ, ਆਪੋਜੀਸ਼ਨ ਦੀ ਵੀ ਸੁਣੋ। ਗੱਲਾਂ ਕਰਨੀਆਂ ਆਸਾਨ ਨੇ। ਅੱਜ ਕਈ ਕਾਂਗਰਸ ਦੇ ਐਮਪੀ ਹਾਊਸ 'ਚ ਨਹੀਂ ਹੈਗੇ। ਦੇਰ ਆਏ ਦਰੁਸਤ ਆਏ, ਜੋ ਕਰਤਾ ਉਹ ਠੀਕ ਹੋਇਆ, ਲੇਕਿਨ ਇਹ ਮਸਲੇ ਨਾਲ ਦੇ ਵੀ ਹੱਲ ਕਰਨੇ ਚਾਹੀਦੇ। उधर साबका मुख्यमंत्री कैप्टन अमरिंदर सिंह ने केंद्र सरकार का धन्यवाद करते हुए कहा कि सरकार ने 3 खेती कानूनों तो इलावा किसानों दी ज्यादातर मंगां नूं मान लिया और उम्मीद जताई है कि जल्द ही किसान अंदोलन खत्म कर देंगे। उधर भगवंत मान ने भी मांग की थी कि सरकार किसानों दी होर मंगां नूं भी जल्द ही पूरा करे। But the agitation now, everything is over. The 3 bills have been passed by Parliament. आखिरकार उन्होंने मनना भी पिया कि हाँ ਅਸੀਂ ਵਾਪਸ ਲੈਨੇ ਆ ਇਹਨਾਂ ਕਾਨੂੰਨਾਂ ਨੂੰ, ਤੇ 750 ਜਿਹੜੇ ਜਾਨਾਂ ਚਲੀਆਂ ਗਈਆਂ ਉਹਦੇ ਲਈ ਵੀ ਕਿਤੇ ਨਾ ਕਿਤੇ ਤਾਂ ਫਿਰ ਜ਼ਿੰਮੇਵਾਰੀ ਲੈਣੀ ਪਊ ਨਾ। ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨ ਪਾਸ ਹੋਣ ਵੇਲੇ ਦੋਵੇਂ ਸਦਨਾਂ ਦੇ ਵਿੱਚ ਲੰਮੀ ਬਹਿਸ ਹੋਈ ਸੀ, ਪਰ ਰੱਦ ਕਰਨ ਵੇਲੇ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਕਰਵਾਈ ਗਈ। ਵਿਰੋਧੀ ਇਸੇ ਮੁੱਦੇ ਤੇ ਸਰਕਾਰ ਨੂੰ ਘੇਰ ਰਹੇ ਨੇ। ਦਰਅਸਲ ਕਾਂਗਰਸ ਸਮੇਤ ਹੋਰ ਪਾਰਟੀਆਂ ਇਸ ਮੁੱਦੇ ਤੇ ਮੋਦੀ ਸਰਕਾਰ ਦੀ ਘੇਰਾਬੰਦੀ ਕਰਨਾ ਚਾਹੁੰਦੀਆਂ ਸਨ, ਪਰ ਸਪੀਕਰ ਵੱਲੋਂ ਬਹਿਸ ਨਾ ਕਰਵਾ ਕੇ ਸਿੱਧਾ ਵਾਇਸ ਵੋਟਿੰਗ ਦੇ ਜ਼ਰੀਏ ਦੋਵਾਂ ਸਦਨਾਂ ਦੇ ਵਿੱਚ ਇਸ ਨੂੰ ਪਾਸ ਕਰਵਾ ਦਿੱਤਾ ਗਿਆ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੇ ਵਿੱਚ ਜਿਵੇਂ ਖੇਤੀ ਕਾਨੂੰਨ ਰਿਪੀਲ ਕਰਨ ਦਾ ਬਿੱਲ ਪਾਸ ਹੋਇਆ, ਸਰਹੱਦਾਂ ਤੇ ਬੈਠੇ ਦਿੱਲੀ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੇ ਜੰਮ ਕੇ ਜਸ਼ਨ ਮਨਾਇਆ। ਮਿਠਾਈਆਂ ਵੰਡੀਆਂ ਗਈਆਂ ਅਤੇ ਫੁੱਲਾਂ ਦੀ ਵਰਖਾ ਵੀ ਹੋਈ। ਇਹ ਜਸ਼ਨ ਦਾ ਮਾਹੌਲ ਹੈ ਦਿੱਲੀ ਦੀਆਂ ਬਰੂਹਾਂ ਤੇ, ਜਿੱਥੇ ਕਿਸਾਨਾਂ ਨੇ ਆਪਣੀ ਜ਼ਿੰਦਗੀ ਦਾ ਕੀਮਤੀ 1 ਸਾਲ ਬਿਤਾਇਆ। ਇੱਥੇ ਹੀ ਲੋਹੜੀ, ਦੀਵਾਲੀ, ਹੋਲੀ ਤੇ ਹੋਰ ਤਿਉਹਾਰ ਮਨਾਏ। ਕਿਸਾਨਾਂ ਦੀ ਇਸ ਖੁਸ਼ੀ ਦੀ ਵਜ੍ਹਾ ਹੈ ਖੇਤੀ ਕਾਨੂੰਨ, ਜਿਨ੍ਹਾਂ ਨੂੰ ਰੱਦ ਕਰਾਉਣ ਲਈ ਬੀਤੇ 1 ਸਾਲ ਤੋਂ ਦਿੱਲੀ ਵਿਖੇ ਡੇਰੇ ਲਾਏ ਗਏ ਸਨ ਤੇ 29 ਨਵੰਬਰ ਦਾ ਦਿਨ ਇਤਿਹਾਸਿਕ ਦਿਨ ਬਣ ਗਿਆ,
ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਦੇ ਲਈ ਬਿੱਲ ਪਾਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਇੱਕ ਦੂਜੇ ਨੂੰ ਲੱਡੂ ਵੰਡੇ। ਕਿਸਾਨ ਆਗੂਆਂ ਨੂੰ ਫੁੱਲਾਂ ਦੇ ਹਾਰ ਪਾਏ ਗਏ। ਉਹ ਪ੍ਰਮਾਤਮਾ ਜੀ ਕਰਾਉਣ ਵਾਲਾ, ਜੇ ਕਹਿੰਦੇ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਤਾਂ ਇਹ ਬੜਾ ਵੱਡਾ ਦਿਨ ਹੈ ਸਾਡੇ ਲਈ ਤੇ ਅਸੀਂ ਸ਼ੁਕਰਾਨਾ ਕਰਦੇ ਹਾਂ ਵੀਰ ਹੋਰਾਂ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਕਹਿੰਦੇ ਮਾਣ ਬਖਸ਼ਿਆ। ਜੰਗ ਜਿੱਤੀ ਆ ਤਾਂ ਪਾਇਆ ਅਸੀਂ। ਭਾਵੁਕ ਨਜ਼ਰ ਆ ਰਹੇ ਨੇ, ਭਾਵੁਕ ਨਜ਼ਰ ਆ ਰਹੇ ਨੇ, ਇਹ ਜੇਤੂ ਯੋਧੇ ਨੇ। ਅਸੀਂ ਦੇਖ ਇਹ ਸ਼ਾਮ ਸਿੰਘ ਅਟਾਰੀ ਵਾਲੇ ਨੇ ਜੰਗ ਜਿੱਤੀ ਸੀ, ਅਸੀਂ ਉਹੀ ਜੰਗ ਜਿੱਤੀ ਆ। ਕਿਸਾਨੀ ਅੰਦੋਲਨ ਤੋਂ ਪਹਿਲਾਂ ਵੀ ਕਈ ਮਨਮੋਹਕ ਤਸਵੀਰਾਂ ਸਾਹਮਣੇ ਆਈਆਂ ਸਨ ਤੇ ਖੇਤੀ ਕਾਨੂੰਨ ਵਾਪਸ ਹੋਣ ਤੇ ਵੀ ਦਿਲਕਸ਼ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਲੱਡੂ ਵੰਡੇ ਜਾ ਰਹੇ ਨੇ ਤੇ ਦੂਜੇ ਪਾਸੇ ਕਿਸਾਨ ਗਾਣਾ ਗਾ ਕੇ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ। ਮਨ ਜਦ ਮੰਦਰ ਬਣ ਜੇ ਤਾਂ ਰੱਬ ਮਿਲਦਾ ਏ, ਮਿਲਦਾ ਨਹੀਂ ਏ ਭੇਖ ਚ ਆਏ ਮਸਤਾਂ ਨੂੰ। ਅਸਲਿਆਂ ਦੇ ਨਾਲ ਮਸਲੇ ਹੱਲ ਕਦੇ ਨਹੀਂ ਹੁੰਦੇ। ਆ ਸੂਝ ਸ਼ਾਂਤੀ ਬਖਤ ਪਾ ਦਿੰਦੀ ਤਖਤਾਂ ਨੂੰ। ਮਤ ਸੋਚੀ ਕਿ ਹਾਰ ਜਾਵਾਂਗੇ, ਅਸੀਂ ਮੌਤ ਤੋਂ ਪਾਰ ਜਾਵਾਂਗੇ। ਨਾਲ ਸ਼ਾਂਤੀ ਬੈਠੇ ਹਾਂ ਇੱਕ ਤਾਣ ਅਸੀਂ। ਪੂਰੀ ਖਲਕਤ ਦਾ ਢਿੱਡ ਭਰੀਏ, ਫਿਰ ਵੀ ਹੱਕਾਂ ਦੇ ਲਈ ਲੜੀਏ। ਨਾਨਕ ਦੇ ਕਿਸਾਨ ਅਸੀਂ, ਨਾਨਕ ਦੇ ਕਿਸਾਨ ਅਸੀਂ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ 26 ਨਵੰਬਰ 2020 ਨੂੰ ਪੰਜਾਬ, ਹਰਿਆਣਾ ਤੇ ਦੇਸ਼ ਦੇ ਹੋਰ ਕੋਨਿਆਂ ਤੋਂ ਤੁਰੇ ਹੋਏ ਕਿਸਾਨਾਂ ਦੇ ਸੰਘਰਸ਼ ਨੂੰ ਸਾਲ ਬਾਅਦ ਬੂਰ ਪਿਆ। ਕਾਨੂੰਨ ਵਾਪਸ ਹੋ ਚੁੱਕੇ ਨੇ, ਹੁਣ ਉਡੀਕ ਹੈ ਘਰ ਵਾਪਸੀ ਦੀ। ਦਿੱਲੀ ਤੋਂ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਹੁਣ ਤੁਹਾਨੂੰ ਸਿਲਸਿਲੇਵਾਰ ਦੱਸਦੇ ਹਾਂ ਕਿ ਕਿਸ ਤਰ੍ਹਾਂ 1 ਸਾਲ ਤੱਕ ਕਿਸਾਨਾਂ ਦੇ ਸਬਰ ਦੇ ਸਾਹਮਣੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਆਖਿਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਪਿਆ ਰੇੜਕਾ ਹੁਣ ਲਗਭਗ ਖਤਮ ਹੋਣ ਦੀ ਕਗਾਰ ਤੇ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ, ਉਹ ਪੂਰੀ ਹੋ ਗਈ ਹੈ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨ ਵਾਪਸ ਲੈਣ ਦਾ ਬਿੱਲ ਪਾਸ ਹੋ ਗਿਆ, ਜੋ ਕਿ ਰਾਸ਼ਟਰਪਤੀ ਦੇ ਕੋਲ ਦਸਤਖਤ ਦੇ ਲਈ ਭੇਜਿਆ ਜਾਵੇਗਾ। ਹਾਲਾਂਕਿ ਪਿਛਲੇ 1 ਸਾਲ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਨੇ। ਸੰਸਦ ਦੇ ਵਿੱਚ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਪਾਸ ਹੋਣ ਦੇ ਮਗਰੋਂ ਕਿਸਾਨਾਂ 'ਚ ਜਸ਼ਨ ਦਾ ਮਾਹੌਲ ਹੈ। ਹਾਲਾਂਕਿ ਖੇਤੀ ਕਾਨੂੰਨਾਂ ਦੇ ਸਫ਼ਰ ਦਾ ਜ਼ਿਕਰ ਕਰੀਏ ਤਾਂ ਫਿਰ ਮੋਦੀ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ 14 ਸਤੰਬਰ 2020 ਨੂੰ ਖੇਤੀ ਬਿੱਲ ਲਿਆਂਦਾ ਗਿਆ। 17 ਸਤੰਬਰ 2020 ਨੂੰ ਲੋਕ ਸਭਾ ਦੇ ਵਿੱਚ ਖੇਤੀ ਬਿੱਲ ਪਾਸ ਹੋਇਆ। 20 ਸਤੰਬਰ 2020 ਨੂੰ ਰਾਜ ਸਭਾ ਦੇ ਵਿੱਚ ਖੇਤੀ ਬਿੱਲ ਪਾਸ ਹੋਇਆ। 27 ਸਤੰਬਰ ਨੂੰ ਰਾਸ਼ਟਰਪਤੀ ਨੇ ਬਿੱਲਾਂ ਤੇ ਮੁਹਰ ਲਗਾ ਦਿੱਤੀ। 3 ਨਵੰਬਰ ਤੋਂ ਪੰਜਾਬ, ਹਰਿਆਣਾ, ਯੂਪੀ ਦੇ ਵਿੱਚ ਪ੍ਰਦਰਸ਼ਨ ਤੇਜ਼ ਹੋਇਆ। 26 ਨਵੰਬਰ 2020 ਨੂੰ ਦਿੱਲੀ ਪ੍ਰਦਰਸ਼ਨ ਦਾ ਕਿਸਾਨਾਂ ਨੇ ਐਲਾਨ ਕਰ ਦਿੱਤਾ, ਪਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਇਜਾਜ਼ਤ ਨਹੀਂ ਦਿੱਤੀ। 25 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਕੂਚ ਕੀਤਾ। ਹਰਿਆਣਾ ਸਰਕਾਰ ਦੇ ਵੱਲੋਂ ਰਸਤੇ 'ਚ ਕਿਸਾਨਾਂ ਨੂੰ ਰੋਕਿਆ ਗਿਆ ਤੇ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ। ਸਿੰਘੂ ਤੇ ਟਿਕਰੀ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਗਿਆ। 26 ਨਵੰਬਰ 2020 ਨੂੰ ਦਿੱਲੀ ਬਾਰਡਰ ਤੇ ਮੋਰਚਾ ਲੱਗਿਆ। ਕੇਂਦਰ ਦੇ ਨਾਲ ਕਿਸਾਨਾਂ ਦੀ 11 ਗੇੜ ਦੀ ਗੱਲਬਾਤ ਹੋਈ। 9 ਦਸੰਬਰ 2020 ਨੂੰ ਕਿਸਾਨਾਂ ਨੂੰ ਕੇਂਦਰ ਨੇ ਸੋਧ ਦਾ ਮਤਾ ਭੇਜਿਆ। 10 ਦਸੰਬਰ ਨੂੰ ਕਿਸਾਨਾਂ ਨੇ ਸੋਧ ਮਤਾ ਖਾਰਜ ਕਰ ਦਿੱਤਾ। 22 ਜਨਵਰੀ 2021 ਨੂੰ ਸਰਕਾਰ ਦੇ ਨਾਲ ਅਖੀਰਲੀ ਮੀਟਿੰਗ ਹੋਈ। 7 ਜਨਵਰੀ 2021 ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਸੁਪਰੀਮ ਕੋਰਟ ਨੇ ਕਮੇਟੀ ਦਾ ਗਠਨ ਕਰ ਦਿੱਤਾ। 26 ਜਨਵਰੀ 2021 ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਹੋਈ। ਲਾਲ ਕਿਲ੍ਹਾ ਤੇ ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਹਿੰਸਕ ਝੜਪਾਂ ਹੋਈਆਂ। ਕਿਸਾਨਾਂ ਨੇ ਜੰਤਰ ਮੰਤਰ ਤੇ ਕਿਸਾਨ ਸੰਸਦ ਲਗਾਈ। 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ 10 ਦਿਨਾਂ ਬਾਅਦ ਸੰਸਦ ਦੇ ਵਿੱਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋਇਆ। ਹਾਲਾਂਕਿ ਕਿਸਾਨ ਹੁਣ ਕੇਂਦਰ ਤੋਂ MSP ਗਰੰਟੀ ਕਾਨੂੰਨ ਲਿਆਉਣ ਦੀ ਮੰਗ ਤੇ ਅੜੇ ਹੋਏ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਕਿਹੜਾ ਸੰਵਿਧਾਨਿਕ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਹੈ, ਪਰ ਇੰਤਜ਼ਾਰ ਹੈ ਹੁਣ ਜਥੇਬੰਦੀਆਂ ਦਾ ਕਿ ਉਹਨਾਂ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ। ਸੰਕੇਤ ਦਿੱਤੇ ਜਾ ਰਹੇ ਨੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਖਾਸ ਤੌਰ ਤੇ ਕਿ ਕਾਨੂੰਨ ਵਾਪਸੀ ਤੋਂ ਬਾਅਦ ਹੁਣ ਜਲਦ ਅੰਦੋਲਨ ਵਾਪਸੀ ਦਾ ਐਲਾਨ ਹੋਵੇਗਾ।
ਪਰ ਫਿਰ ਵੀ ਇੰਤਜ਼ਾਰ ਹੈ 1 ਤਰੀਕ ਦਾ, 1 ਦਸੰਬਰ ਦਾ, ਜਦੋਂ SKM ਦੀ ਮੀਟਿੰਗ ਹੋਵੇਗੀ ਤੇ ਉਸ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਹੈ ਉਸ ਦੇ ਉੱਤੇ ਸਭ ਦੀ ਨਜ਼ਰ ਜ਼ਰੂਰ ਹੋਏਗੀ। ਫਿਲਹਾਲ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।